ਜਦੋਂ ਆਪਾਂ ਇਟਲੀ ਆਏ ਸੀਗੇ ਇਹ 2007 ਦੇ ਵਿੱਚ ਆਪਾਂ ਇਟਲੀ ਆਏ ਸੀਗੇ ਪੂਰੇ ਪਰਿਵਾਰ ਦੇ ਨਾਲ। ਮੇਰੀ ਉਮਰ ਅਸੀਂ 3 ਬ੍ਰਦਰ ਹਾਂ, ਸੋ ਮੈਂ ਸਾਰਿਆਂ ਨਾਲ ਛੋਟਾ ਵਾਂ। ਮੈਂ ਤੇ ਮੇਰੇ ਦੋਨੋਂ ਬ੍ਰਦਰ ਅਸੀਂ ਸਾਰੇ ਹੀ ਜਿਣੇ ਜਾਂਦੇ ਹੁੰਦੇ ਸੀਗੇ ਵੀ ਇਹ ਕੰਮ ਕਰਨ ਬਹੁਤ ਜ਼ਿਆਦਾ ਔਖਾ ਸੀਗਾ। ਇੱਕ ਪਾਈ ਕੱਲਾ ਯੂਰੋ ਜੋੜਨਾ ਬਹੁਤ ਹੀ ਜ਼ਿਆਦਾ ਔਖਾ ਟਾਈਮ ਸੀਗਾ ਜਿਹੜਾ ਆਪਾਂ ਉਹ ਕੱਟਿਆ। ਲੇਕਿਨ ਹਾਂ ਰੱਬ ਅੱਗੇ ਇਹੋ ਹੀ ਅਰਦਾਸ ਆ ਉਹ ਵਾਲਾ ਟਾਈਮ ਕਿਸੇ ਵੀ ਉੱਪਰ ਨਾ ਆਵੇ। 3 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਸੋਚਿਆ ਕਿ ਇੱਕ ਚੀਜ਼ ਕਿਉਂ ਨਾ ਆਪਾਂ ਉਹਨਾਂ ਵਾਸਤੇ ਲੈ ਕੇ ਜਿਹੜੇ ਵੀਰ ਭੈਣ ਆਪਣੇ ਇਟਲੀ ਦੇ ਵਿੱਚ ਨੇ ਜਿਨ੍ਹਾਂ ਨੂੰ ਲਾਇਸੈਂਸ ਦੇ ਵਿੱਚ ਦਿੱਕਤ ਆ ਰਹੀ। 6 ਵਜੇ ਤੋਂ ਬਾਅਦ ਫਿਰ ਮੈਂ ਜਿਨ੍ਹਾਂ ਨੂੰ ਮੈਂ ਲਾਇਸੈਂਸ ਦੀ ਸਟੱਡੀ ਦੇ ਰਿਹਾ ਸੀਗਾ ਫਿਰ ਉਹਨਾਂ ਦੇ ਕੋਲ ਮੈਂ ਉਹਨਾਂ ਨੂੰ ਸਟੱਡੀ ਕਰਾਉਣ ਜਾਣਾ, ਫਿਰ ਉਹਨਾਂ ਨੂੰ ਸਟੱਡੀ ਕਰਾਉਣੀ। ਫਿਰ ਉਸ ਤੋਂ ਬਾਅਦ ਹੌਲੀ ਸਕਸੈਸ ਆ ਜਿਹੜੀ ਉਹ ਮਿਲਦੀ ਗਈ। ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਇੱਕ ਅੱਛੀ ਇੰਪਰੂਵਮੈਂਟ ਮਿਲ ਰਹੀ ਆ, ਹੌਲੀ ਆਪਾਂ ਫਿਰ ਇੱਕ ਦਫ਼ਤਰ ਖੋਲ੍ਹਿਆ ਸੀਗਾ, ਆਫਿਸ ਵਗੈਰਾ ਖੋਲ੍ਹਣੇ ਸ਼ੁਰੂ ਕਰ ਦਿੱਤੇ। ਸੋ ਮੈਂ ਉਸਦੀ ਜਿੰਨੀ ਵੀ ਜ਼ਿਆਦਾ ਹੋ ਸਕੇ ਮੈਂ ਉਨੀ ਹੈਲਪ ਕਰਦਾ ਵਾਂ। ਲਾਇਸੈਂਸ ਤਾਂ ਮੈਂ ਫ੍ਰੀ ਕਰਾਉਣਾ ਹੀ ਕਰਾਉਣਾ ਉਸਨੂੰ, ਅਗਰ ਉਸਨੂੰ ਹੋਰ ਵੀ ਹੈਲਪ ਚਾਹੀਦੀ ਹੁੰਦੀ ਹੈ ਮੇਰੇ ਵੱਲੋਂ ਤਾਂ ਮੈਂ ਉਸਨੂੰ ਦੇਣਾ ਵਾਂ, ਹੈਲਪ ਕਰਦਾ ਵਾਂ। ਜੋ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਉਹੀ ਚੀਜ਼ ਬੈਸਟ ਲੱਗਣੀ ਹੈ। ਲੇਕਿਨ ਹਾਂ ਮੇਰਾ ਮੰਨਣਾ ਇਹ ਵਾਲਾ ਆ ਜਿਸ ਕੰਟਰੀ ਦੇ ਵਿੱਚ ਰਹਿੰਦੇ ਆ ਉਹਨੇ ਸਾਰੀ ਚੀਜ਼ ਤੁਹਾਨੂੰ ਬਖਸ਼ੀ ਆ, ਉਹਨੇ ਸਾਰੀ ਚੀਜ਼ ਤੁਹਾਨੂੰ ਦਿੱਤੀ ਹੈ, ਸੋ ਉਸ ਤੋਂ ਵੱਡੀ ਕੰਟਰੀ ਤੁਹਾਡੇ ਲਈ ਕੋਈ ਵੀ ਨਹੀਂ ਹੋ ਸਕਦੀ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ ਤੇ ਅੱਜ ਗੱਲ ਕਰਾਂਗੇ ਉਹਨਾਂ ਨੌਜਵਾਨਾਂ ਦੀ, ਉਹਨਾਂ ਪਰਿਵਾਰਾਂ ਦੀ ਜੋ ਆਪਣਾ ਦੇਸ਼ ਛੱਡ ਕੇ ਆਪਣਾ ਮੁਲਕ ਛੱਡ ਕੇ ਇਟਲੀ ਦਾ ਰੁਖ ਕਰਦੇ ਨੇ। ਬਹੁਤ ਸਾਰੇ ਪਰਿਵਾਰ ਨੇ, ਬਹੁਤ ਸਾਰੇ ਨੌਜਵਾਨ ਨੇ। ਵੱਡੀ ਗਿਣਤੀ ਦੇ ਵਿੱਚ ਇਹ ਡੇਟਾ ਇੱਕ ਰਿਵੀਲ ਕਰਦਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਇਟਲੀ ਨੂੰ ਕੂਚ ਕਰਦੇ ਨੇ, ਪਰ ਉੱਥੇ ਜਾ ਕੇ ਸਭ ਤੋਂ ਵੱਡੀ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ ਡਰਾਈਵਿੰਗ ਲਾਇਸੈਂਸ ਜਿਹੜਾ ਹੈ ਉਹ ਈਜ਼ੀਲੀ ਨਹੀਂ ਮਿਲਦਾ। ਦੂਸਰੀ ਵੱਡੀ ਦਿੱਕਤ ਦਾ ਸਾਹਮਣਾ ਹੈ ਭਾਸ਼ਾ ਯਾਨੀ ਕਿ ਲੈਂਗੁਏਜ। ਤਾਂ ਇਸ ਨੂੰ ਦੂਰ ਕਰਨ ਦੇ ਲਈ, ਇਹਨਾਂ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਇੱਕ ਸੈਂਟਰ ਹੈ ਉੱਥੇ ਲਾਇਸੈਂਸ ਦਾ ਜਿਹੜਾ ਸੈਂਟਰ ਹੈ ਲੱਖ ਪਤੰਤੇ ਨਾਮ ਦਾ ਇਹ ਸੈਂਟਰ, ਜਿੱਥੇ ਲਖਵਿੰਦਰ ਸਿੰਘ ਲੱਖ ਨੇ ਉਹ ਨੌਜਵਾਨਾਂ ਦੀ ਮਦਦ ਕਰਦੇ ਨੇ ਫਾਈਨੈਂਸ਼ੀਅਲ ਤੌਰ ਤੇ, ਯਾਨੀ ਕਿ ਮਾਲੀ ਸਹਾਇਤਾ ਕੀਤੀ ਜਾਂਦੀ ਹੈ। ਭਾਸ਼ਾ ਨੂੰ ਲੈ ਕੇ ਜੋ ਦਿੱਕਤਾਂ ਆ ਰਹੀਆਂ ਨੇ, ਲਾਇਸੈਂਸ ਕਿਵੇਂ ਦਿਵਾਉਣਾ ਹੈ, ਕਿਉਂਕਿ ਉਸ ਲਾਇਸੈਂਸ ਨੂੰ ਪਾਉਣ ਦੇ ਲਈ ਤੁਹਾਨੂੰ 7000 ਸਵਾਲ ਜਿਹੜੇ ਨੇ ਉਹ ਸਵਾਲਾਂ ਬਾਰੇ ਜਾਣ ਲੈਣਾ ਬਹੁਤ ਜ਼ਰੂਰੀ ਹੈ। ਤੁਹਾਡਾ ਜਿਹੜਾ ਐਗਜ਼ਾਮ ਹੋਣਾ ਹੈ ਉਸ ਐਗਜ਼ਾਮ ਨੂੰ ਦੇਣ ਤੋਂ ਪਹਿਲਾਂ 7000 ਸਵਾਲ ਜਾਣ ਲੈਣੇ ਬਹੁਤ ਜ਼ਰੂਰੀ ਨੇ। ਉਹਨਾਂ 7000 ਸਵਾਲਾਂ ਦੇ ਵਿੱਚੋਂ 40 ਜਿਹੜੇ ਕੁਐਸਚਨ ਨੇ, 40 ਜਿਹੜੇ ਸਵਾਲ ਨੇ ਉਹ ਤੁਹਾਨੂੰ ਆਉਣਗੇ ਜਿਸ ਤਰ੍ਹਾਂ ਐਗਜ਼ਾਮ ਦੇ ਵਿੱਚ ਆਉਂਦੇ ਨੇ। ਠੀਕ ਉਸੇ ਤਰ੍ਹਾਂ ਜਦੋਂ ਤੁਸੀਂ ਲਾਇਸੈਂਸ ਲੈਣ ਜਾਣਾ ਹੈ ਤਾਂ ਕਿੱਦਾਂ ਮਦਦ ਕਰ ਰਹੇ ਨੇ ਲਖਵਿੰਦਰ ਸਿੰਘ ਲੱਖ ਸਾਡੇ ਨਾਲ ਸਕਾਈਪ ਰਾਹੀਂ ਅੱਜ ਗੱਲਬਾਤ ਕਰਨਗੇ। ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਲਖਵਿੰਦਰ ਸਿੰਘ ਲੱਖ ਜੀ ਦਾ ਡੇਲੀ ਪੋਸਟ ਪੰਜਾਬੀ ਦੇ ਵਿੱਚ। ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ। ਸੋ ਸਾਰਿਆਂ ਨੂੰ ਸਲਾਮ, ਨਮਸਤੇ, ਅਦਾਬ। ਲਖਵਿੰਦਰ ਜੀ ਜਦੋਂ ਆਪ ਇਟਲੀ ਗਏ ਹੋ, ਪਰਿਵਾਰ ਸਣੇ ਇਟਲੀ ਜਦੋਂ ਗਏ ਸੀ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਤੁਹਾਨੂੰ ਕਿਹੜੀਆਂ ਦਿੱਕਤਾਂ ਆਈਆਂ ਸੀ ਜਦੋਂ ਇਹ ਸਮਝ ਆਈ ਕਿ ਜਿਹੜੀਆਂ ਦਿੱਕਤਾਂ ਮੈਨੂੰ ਆਈਆਂ ਨੇ ਉਹ ਮੈਂ ਹੋਰਾਂ ਨੂੰ ਨਹੀਂ ਆਉਣ ਦੇਣੀਆਂ? ਜਦੋਂ ਆਪਾਂ ਇਟਲੀ ਆਏ ਸੀਗੇ ਇਹ 2007 ਦੇ ਵਿੱਚ ਆਪਾਂ ਇਟਲੀ ਆਏ ਸੀਗੇ ਪੂਰੇ ਪਰਿਵਾਰ ਦੇ ਨਾਲ। ਮੇਰੀ ਉਮਰ ਅਸੀਂ 3 ਬ੍ਰਦਰ ਹਾਂ, ਸੋ ਮੈਂ ਸਾਰਿਆਂ ਨਾਲ ਛੋਟਾ ਵਾਂ। ਤੇ ਇਟਲੀ ਦੇ ਵਿੱਚ ਆਣ ਕੇ 2 ਤੋਂ 2.5 ਮਹੀਨਿਆਂ ਦੇ ਬਾਅਦ ਮੇਰੇ ਪਾਪਾ ਦੀ, ਮੇਰੇ ਫਾਦਰ ਸਾਹਿਬ ਦੀ ਲੱਤ ਟੁੱਟ ਗਈ ਸੀਗੀ, ਜਾਨੀ ਫ੍ਰੈਕਚਰ ਹੋ ਗਈ ਸੀਗੀ 2 ਜਗ੍ਹਾ ਦੇ ਵਿੱਚੋਂ। ਸੋ ਇੱਕ ਵੱਡੀ ਫੈਮਿਲੀ ਨੂੰ ਪਾਲਣਾ, ਇੱਕ ਮੇਰੇ ਪਾਪਾ ਹੀ ਕੰਮ ਕਰਦੇ ਸੀ ਉਸ ਟਾਈਮ ਦੇ ਵਿੱਚ, ਸੋ ਇੱਕ ਫੈਮਿਲੀ ਨੂੰ ਅੱਗੇ ਲੈ ਕੇ ਜਾਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀਗਾ। ਤੇ 2 ਤੋਂ 2.5 ਮਹੀਨੇ ਬਾਅਦ ਮੇਰੇ ਪਾਪਾ ਜੀ ਮੰਜੇ ਤੇ ਹੋ ਗਏ ਸੀਗੇ, ਜਾਨੀ ਕਿ ਉਹਨਾਂ ਦੀ ਜਿਹੜੀ ਲੱਤ ਸੀਗੀ ਉਹ ਟੁੱਟ ਗਈ ਸੀਗੀ। ਸੋ ਸਾਡੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਸੀਗਾ ਵੀ ਕਿੱਦਾਂ ਹੁਣ ਘਰ ਪਰਿਵਾਰ ਦੇ ਜਿਹੜੇ ਖਰਚੇ ਨੇ ਉਹ ਕਿੱਦਾਂ ਤੋਰੀਏ। ਸੋ ਉਮਰ ਵੀ ਛੋਟੀ ਸੀਗੀ, ਪਤਾ ਵੀ ਨਹੀਂ ਸੀਗਾ, ਲੈਂਗੁਏਜ ਵੀ ਨਹੀਂ ਸੀ ਆਉਂਦੀ, ਨਾ ਕਿਸੇ ਨੂੰ ਜਾਣਦੇ ਸੀਗੇ ਉਸ ਟਾਈਮ 2007 ਦੇ ਵਿੱਚ। ਉਸ ਤੋਂ ਬਾਅਦ ਅਸੀਂ ਸਕੂਲ ਵੀ ਜਾਂਦੇ ਸੀਗੇ। ਸਾਡੇ ਕੋਲ ਇੱਕ ਸਾਈਕਲ ਹੁੰਦੀ ਸੀਗੀ ਜਿਹਦੇ ਤੇ ਆਪਾਂ ਸਕੂਲ ਜਾਂਦੇ ਹੁੰਦੇ ਸੀਗੇ। ਸੋ ਉਸ ਸਾਈਕਲ ਦੀਆਂ ਬ੍ਰੇਕ ਜਿਹੜੀਆਂ ਹੁੰਦੀਆਂ ਨੇ ਬ੍ਰੇਕਾਂ ਵੀ ਨਹੀਂ ਸੀ ਹੁੰਦੀਆਂ। ਤੇ ਮੈਂ ਤੇ ਮੇਰਾ ਬ੍ਰਦਰ ਇੱਕੋ ਹੀ ਸਾਈਕਲ ਦੇ ਉੱਪਰ ਜਾਂਦੇ ਸੀਗੇ ਸਕੂਲ ਜਾਣਾ। ਆਮ ਤੌਰ ਤੇ ਸਾਰਿਆਂ ਦਾ ਮਾਂ-ਬਾਪ ਦਾ ਸੁਪਨਾ ਹੁੰਦਾ ਵੀ ਸਾਡੇ ਬੱਚਿਆਂ ਕੋਲ ਬੁੱਕਸ ਵਗੈਰਾ ਹੋਣ, ਇੱਕ ਅੱਛੀ ਪੜ੍ਹਾਈ ਕਰਨ। ਲੇਕਿਨ ਹਾਂ ਜੇ ਆਪਾਂ ਬੁੱਕਸ ਦੇ ਉੱਪਰ ਨਹੀਂ ਪੜ੍ਹੇ, ਫੋਟੋ ਕਾਪੀਆਂ ਦੇ ਉੱਪਰ ਜਿੰਨੀ ਵੀ ਸਹਾਇਤਾ ਹੋ ਸਕਦੀ ਸੀ ਸਾਡੇ ਆਸੇ-ਪਾਸੇ ਦੇ ਜਿਹੜੇ ਇਟਾਲੀਅਨ ਸੀਗੇ ਉਹ ਮਦਦ ਕਰ ਦਿੰਦੇ ਹੁੰਦੇ ਸੀਗੇ ਸਾਨੂੰ ਸਮਝਾਉਣ ਦੇ ਵਿੱਚ। ਲੇਕਿਨ ਹਾਂ ਫਿਰ ਘਰ ਦਾ ਖਰਚਾ ਸੀਗਾ ਉਹ ਨਹੀਂ ਸੀ ਤੁਰਦਾ ਸਾਡਾ ਹੈਗਾ। ਘਰ ਦਾ ਖਰਚਾ ਤੋਰਨ ਵਾਸਤੇ ਸਾਨੂੰ ਬਹੁਤ ਹੀ ਜ਼ਿਆਦਾ ਔਖਾ ਲੱਗਦਾ ਸੀਗਾ ਵੀ ਕਿੱਦਾਂ ਤੋਰੀਏ। ਫਿਰ ਆਪਾਂ ਇੱਥੇ ਮਾਰਕੀਟ ਲੱਗਦੀਆਂ ਨੇ, ਮਾਰਕੀਟ ਵਗੈਰਾ ਲੱਗਦੀਆਂ ਨੇ ਜੋ ਹਫ਼ਤੇ ਦੇ ਦੌਰਾਨ 5 ਤੋਂ 6 ਦਿਨ ਲੱਗਦੀਆਂ ਹੁੰਦੀਆਂ ਸੀਗੀਆਂ। ਸੋ ਜਿੱਦਣ ਛੁੱਟੀ ਹੋਣੀ ਸਾਨੂੰ ਸਕੂਲ ਤੋਂ ਜਾਂ ਫਿਰ ਸਕੂਲੋਂ ਛੁੱਟੀ ਕਰਕੇ ਪ੍ਰੋਪਰਲੀ ਸਪੈਸ਼ਲ ਘਰ ਦਾ ਖਰਚਾ ਤੋਰਨ ਵਾਸਤੇ ਸਕੂਲ ਨਹੀਂ ਜਾਣਾ, ਅਸੀਂ ਕੀ ਕਰਨਾ ਵੀ ਉਸ ਮਾਰਕੀਟ ਦੇ ਵਿੱਚ ਜਾਣਾ। ਇਹ ਸਵੇਰ ਦੇ 6 ਵਜੇ ਲੱਗਦੇ ਹੁੰਦੇ ਸੀਗੇ ਤੇ ਦੁਪਹਿਰ ਦੇ 2 ਵਜੇ ਤੱਕ ਕੰਮ ਕਰਦੇ ਹੁੰਦੇ ਸੀਗੇ। ਸਾਨੂੰ 10 ਤੋਂ 12 ਯੂਰੋ ਦਿੰਦੇ ਸੀਗੇ। 10 ਯੂਰੋ ਸਾਡੀ ਜੋ ਮਿਹਨਤ ਸੀਗੀ, ਜੋ ਕੰਮ ਕਰਦੇ ਸੀਗੇ, ਤੇ ਪਲੱਸ 2 ਯੂਰੋ ਦਿੰਦੇ ਸੀਗੇ ਸਾਨੂੰ ਖਾਣ ਵਾਸਤੇ। ਜਿਹੜੇ 2 ਯੂਰੋ ਸਾਨੂੰ ਖਾਣ ਵਾਸਤੇ ਦਿੰਦੇ ਸੀਗੇ ਐਕਸਟਰਾ, ਉਹ ਅਸੀਂ ਖਾਂਦੇ ਨਹੀਂ ਸੀ ਹੁੰਦੇ ਕਿ ਬਾਹਰ ਕੁਝ ਖਾ ਲਈਏ।
ਉਹ ਵੀ 2 ਯੂਰੋ ਅਸੀਂ ਘਰੇ ਬਚਾ ਕੇ ਲੈ ਕੇ ਆਣੇ ਵੀ ਸਾਡਾ ਜਿਹੜਾ ਘਰ ਦਾ ਖਰਚਾ ਆ ਉਹ ਚੱਲ ਸਕੇ। ਮੈਂ ਤੇ ਮੇਰੇ ਦੋਨੋਂ ਬ੍ਰਦਰ ਅਸੀਂ ਸਾਰੇ ਹੀ ਜਿਣੇ ਜਾਂਦੇ ਹੁੰਦੇ ਸੀਗੇ ਵੀ ਇਹ ਕੰਮ ਕਰਨ। ਬਹੁਤ ਜ਼ਿਆਦਾ ਔਖਾ ਸੀਗਾ, ਇੱਕ ਪਾਈ ਕੱਲਾ ਯੂਰੋ ਜੋੜਨਾ ਬਹੁਤ ਜ਼ਿਆਦਾ ਔਖਾ ਸੀਗਾ, ਕਿਉਂਕਿ ਹੋਰ ਕਿਸੇ ਨੂੰ ਅਸੀਂ ਜਾਣਦੇ ਨਹੀਂ ਸੀ ਹੈਗੇ, ਕਿਉਂਕਿ ਇੱਕ ਨਵੇਂ ਇਟਲੀ ਦੇ ਵਿੱਚ ਆਏ ਸੀਗੇ। ਪਾਪਾ ਜੀ ਹਸਪੀਟਲ ਸੀਗੇ, ਜਿਨ੍ਹਾਂ ਨੂੰ ਮਿਲਣ ਵੀ ਅਸੀਂ ਸਾਈਕਲ ਤੇ ਹੀ ਜਾਂਦੇ ਸੀਗੇ। ਡਾਕਟਰਾਂ ਨੇ ਕੋਈ ਗੱਲ ਕਹਿਣੀ, ਸਾਨੂੰ ਪਤਾ ਨਾ ਲੱਗਣਾ, ਸੋ ਡੋਨ ਮੇਚਰ ਨਾਲ ਲੈ ਕੇ ਜਾਣਾ, ਡੋਨ ਮੇਚਰ ਨੂੰ ਵੀ ਉਹਦੀ ਫੀਸ ਦੇਣੀ। ਫਿਰ ਸੋਚਿਆ ਵੀ ਹਾਂ ਵੀ ਕਿੱਦਾਂ ਕਰਦਾ ਖਰਚਾ ਜਿਹੜਾ ਉਹ ਚਲਾਇਆ ਜਾ ਸਕੇ। ਹੌਲੀ ਆਪਾਂ ਕੰਮ ਕਰਦੇ ਗਏ। ਖੇਤੀਬਾੜੀ ਦੇ ਵਿੱਚ ਆਮ ਤੌਰ ਤੇ ਅਸੀਂ ਜਿਹੜਾ ਕੰਮ ਉਹ ਕੀਤਾ ਹੋਇਆ ਸੀਗਾ, ਖੇਤੀ ਦੇ ਵਿੱਚ ਵੀ ਕੰਮ ਕੀਤਾ ਹੋਇਆ। ਜਿੱਥੇ ਮੇਰੇ ਪਾਪਾ ਕੰਮ ਕਰਦੇ ਸੀ ਨਾ, ਸੋ ਉਸੇ ਹੀ ਉਹਨਾਂ ਦੇ ਮਾਲਕ ਦੇ ਕੋਲ ਆਪਾਂ ਕੰਮ ਕਰਨ ਜਾਂਦੇ ਸੀਗੇ। ਉਸ ਜਗ੍ਹਾ ਦੇ ਵਿੱਚ ਜਿੱਥੇ ਹੀਟ ਵੀ ਬਹੁਤ ਜ਼ਿਆਦਾ ਹੁੰਦੀ ਸੀ, ਉਹ ਵੀ ਗਰਮੀਆਂ ਦੇ ਵਿੱਚ। ਮੇਰੀ ਉਮਰ 12 ਸਾਲ ਦੀ ਸੀਗੀ, ਵੱਡੇ ਬ੍ਰਦਰ ਦੀ 13.5 ਸਾਲ ਦੀ ਸੀਗੀ, ਉਸ ਤੋਂ ਵੱਡੇ ਦੀ ਸੀਗੀ 15 ਸਾਲ ਦੀ। ਅਸੀਂ ਤਿੰਨੇ ਹੀ ਉਸ ਜਗ੍ਹਾ ਦੇ ਵਿੱਚ ਕੰਮ ਕਰਨ ਜਾਂਦੇ ਸੀਗੇ। ਮੇਰੇ ਮਾਮਾ ਜੀ ਜੋ ਸੀਗੇ, ਉਹਨਾਂ ਨੂੰ ਕਿਸੇ ਨੂੰ ਲੈਂਗੁਏਜ ਨਹੀਂ ਸੀ ਆਉਂਦੀ। ਸੋ ਬਹੁਤ ਹੀ ਜ਼ਿਆਦਾ ਔਖਾ ਟਾਈਮ ਸੀਗਾ ਜਿਹੜਾ ਆਪਾਂ ਉਹ ਕੱਟਿਆ। ਲੇਕਿਨ ਹਾਂ, ਰੱਬ ਅੱਗੇ ਇਹੋ ਹੀ ਅਰਦਾਸ ਆ ਉਹ ਵਾਲਾ ਟਾਈਮ ਕਿਸੇ ਵੀ ਉੱਪਰ ਨਾ ਆਵੇ, ਤੇ ਇਹ ਟਾਈਮ ਕਿਸੇ ਉੱਪਰ ਨਾ ਆਵੇ, ਕਿਸੇ ਨੂੰ ਇਸ ਤਰ੍ਹਾਂ ਦੀ ਦਿੱਕਤ ਨਾ ਆਏ। ਮਾਲੀ ਸਹਾਇਤਾ ਤੁਸੀਂ ਜਿਹੜੇ ਨੌਜਵਾਨ ਨੇ ਉਹਨਾਂ ਦੀ ਕਰ ਰਹੇ ਹੋ, ਉਹਨਾਂ ਨੂੰ ਲੈਂਗੁਏਜ ਦੀ ਜਿਹੜੀ ਦਿੱਕਤ ਆ ਰਹੀ ਹੈ ਸਹਾਇਤਾ ਕਰ ਰਹੇ ਹੋ, ਲਾਇਸੈਂਸ ਪ੍ਰੋਵਾਈਡ ਕਰ ਰਹੇ ਹੋ। ਡਰਾਈਵਿੰਗ ਲਾਇਸੈਂਸ ਇਟਲੀ ਦੇ ਵਿੱਚ ਮਿਲਣਾ ਇੱਕ ਬਹੁਤ ਵੱਡੀ ਜੌਬ ਹੈ, ਤਾਂ ਇਹ ਵੀ ਜ਼ਰੂਰ ਦੱਸੋ ਕਿਸ ਤਰ੍ਹਾਂ। ਬਹੁਤ ਜ਼ਿਆਦਾ ਵੱਡੀ ਇਸ ਦੀ ਕਤਾਰ ਆ, ਬਹੁਤ ਵੱਡੀ ਮੰਗ ਆ। ਸੋ ਜਦੋਂ ਘਰ ਦੇ ਹਾਲਾਤ ਮਾੜੇ ਮੋਟੇ ਠੀਕ ਹੋਏ, ਉਸ ਤੋਂ ਬਾਅਦ ਲਾਇਸੈਂਸ ਮੈਂ ਕਰਨਾ ਸ਼ੁਰੂ ਕੀਤਾ। ਜਦੋਂ ਮੈਂ ਲਾਇਸੈਂਸ ਕਰਨਾ ਸ਼ੁਰੂ ਕੀਤਾ ਸੀਗਾ, ਠੀਕ ਮੈਂ ਲਾਇਸੈਂਸ ਕਰਨੇ ਤੋਂ ਬਾਅਦ 3 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਸੋਚਿਆ ਇੱਕ ਚੀਜ਼ ਕਿਉਂ ਨਾ ਆਪਾਂ ਉਹਨਾਂ ਵਾਸਤੇ ਲੈ ਕੇ ਜਿਹੜੇ ਵੀਰ ਭੈਣ ਆਪਣੇ ਇਟਲੀ ਦੇ ਵਿੱਚ ਨੇ, ਜਿਨ੍ਹਾਂ ਨੂੰ ਲਾਇਸੈਂਸ ਦੇ ਵਿੱਚ ਦਿੱਕਤ ਆ ਰਹੀ। ਸੋ ਉਸ ਟਾਈਮ ਦੇ ਵਿੱਚ ਬਹੁਤ ਹੀ ਆਪਣੇ ਇੰਡੀਅਨ ਘੱਟ ਲਾਇਸੈਂਸ ਕਰਵਾਉਂਦੇ ਸੀ ਇਸ ਜਗ੍ਹਾ ਦੇ ਵਿੱਚ। ਲੇਕਿਨ ਹਾਂ, ਤਕਰੀਬਨ ਇਟਲੀ ਦੇ ਅੰਦਰ ਸਾਰਿਆਂ ਦੇ ਕੋਲ ਸਾਈਕਲਾਂ ਹੀ ਨੇ। ਜੋ ਸਟਾਰਟਿੰਗ ਦੇ ਵਿੱਚ ਉਹਨਾਂ ਨੂੰ ਜੋ ਪ੍ਰੋਬਲਮ ਆਉਂਦੀ ਆ, ਇੰਡੀਆ ਦੇ ਵਿੱਚ ਆਪਾਂ ਗੱਡੀਆਂ ਵਗੈਰਾ ਮੋਟਰਸਾਈਕਲਾਂ ਦੇ ਉੱਪਰ ਘੁੰਮਦੇ ਆ, ਲੇਕਿਨ ਹਾਂ ਇਟਲੀ ਦੇ ਵਿੱਚ ਆਣ ਕੇ ਸਾਨੂੰ ਪਤਾ ਲੱਗਦਾ ਆ ਕਿ ਅਗਰ ਸਾਡੇ ਕੋਲ ਲਾਇਸੈਂਸ ਨਹੀਂ ਹੈਗਾ ਤੇ ਉਹਦਾ ਜਿਹੜਾ ਫਾਈਨ ਹੁੰਦਾ ਆ, ਅਗਰ ਪੁਲਿਸ ਵਾਲੇ ਫੜ ਵੀ ਲੈਂਦੇ ਨੇ, ਫਾਈਨ ਵੀ ਇੰਡੀਆ ਦੇ 5 ਤੇ 6 ਲੱਖ ਦਾ ਹੁੰਦਾ ਆ, ਬਹੁਤ ਜ਼ਿਆਦਾ ਫਾਈਨ ਹੁੰਦਾ ਆ। ਸੋ ਫਿਰ ਮੈਂ ਇਹ ਚੀਜ਼ ਕਰਨੀ ਸ਼ੁਰੂ ਕੀਤੀ, ਕਿਉਂਕਿ ਜਿੱਥੇ ਮੈਂ ਲੇਡੀਜ਼ ਨੂੰ ਜਾਣਦਾ ਸੀਗਾ, ਜੋ ਉੱਥੇ ਦੇ ਬੰਦੇ ਸੀਗੇ, ਮੁੰਡੇ ਸੀਗੇ, ਸਾਰਿਆਂ ਨੂੰ ਮੈਂ ਜਾਣਦਾ ਸੀਗਾ ਪਬਲਿਕ ਨੂੰ, ਉਹਨਾਂ ਨੇ ਮਾੜਾ ਮੋਟਾ ਖਿੱਚ ਪਾਈ ਵੀ ਤੁਸੀਂ ਮਾੜਾ ਮੋਟਾ ਕਿਉਂ ਨਹੀਂ ਇਹ ਚੀਜ਼ ਸ਼ੁਰੂ ਕਰ ਦਿੰਦੇ। ਸੋ ਪਹਿਲਾ ਸਟੂਡੈਂਟ ਆ ਮੇਰਾ ਜਿਹੜਾ ਸੀਗਾ, ਮੈਂ ਪੜ੍ਹਾਉਣਾ ਸ਼ੁਰੂ ਕੀਤਾ ਸੀਗਾ ਇਟਲੀ ਦੇ ਵਿੱਚ। ਉਹਨਾਂ ਨੂੰ ਮੈਂ ਪੜ੍ਹਾਇਆ, ਕਲਾਸਾਂ ਲਗਾਉਣੀਆਂ ਉਹਨਾਂ ਦੀਆਂ, ਉਹਨਾਂ ਨੂੰ ਸਾਰੀ ਚੀਜ਼ ਦੀ ਐਕਸਪਲੇਨੇਸ਼ਨ ਦੱਸਣੀ, ਉਹਨਾਂ ਨੂੰ ਸਮਝਾਉਣਾ, ਉਹਨਾਂ ਨੂੰ ਮੇਰੀ ਚੀਜ਼ ਸਮਝ ਆਈ। ਫਿਰ ਇੱਕ ਟਾਈਮ 'ਤੇ ਉਹਨਾਂ ਦਾ ਪੇਪਰ ਸੀਗਾ, ਸੋ ਮੇਰੇ ਦੁਬਾਰਾ ਉਹਨਾਂ ਨੂੰ ਤਿਆਰ ਕੀਤਾ ਕਿ ਉਹਨਾਂ ਦਾ ਪੇਪਰ ਸੀਗਾ, ਤੇ ਉਹ ਪੇਪਰ ਦੇ ਵਿੱਚ ਉਹ ਪਾਸ ਹੋ ਕੇ ਆਏ। ਸੋ ਜਦੋਂ ਉਹ ਪਾਸ ਹੋ ਕੇ ਆਏ, ਕਿਉਂਕਿ ਜੇਕਰ ਆਪਾਂ ਐਦਾਂ ਹੀ ਸ਼ੁਰੂ ਕਰ ਦਿੰਦੇ ਔਖਾ ਹੋ ਜਾਂਦਾ ਹੈ। ਸੋ ਜਦੋਂ ਸਟੂਡੈਂਟ ਪੇਪਰ ਦੇ ਕੇ ਆਇਆ, ਬਹੁਤ ਖੁਸ਼ੀ ਹੋਈ, ਜਿਹਦੇ ਵਿੱਚ ਮੈਨੂੰ ਉਹ ਹਿੰਮਤ ਮਿਲੀ ਵੀ ਇਸ ਨੂੰ ਹੁਣ ਆਪਾਂ ਅੱਗੇ ਤੱਕ ਲੈ ਕੇ ਚੱਲੀਏ। ਲੇਕਿਨ ਹਾਂ, ਸਿਰਫ ਲਾਇਸੈਂਸ ਦੇ ਪੜ੍ਹਾਉਣ ਦੇ ਨਾਲ ਮੇਰਾ ਘਰ ਦਾ ਖਰਚਾ ਨਹੀਂ ਸੀ ਚੱਲਦਾ ਹੈਗਾ। ਇੱਕ ਜੋਬ, ਜਦੋਂ ਮੇਰੀ ਸਟੱਡੀ ਵਗੈਰਾ ਖਤਮ ਹੋ ਚੁੱਕੀ ਸੀਗੀ, ਸੋ ਮੈਂ ਇੱਕ ਫੈਕਟਰੀ ਲਗਾ ਸਕਦੇ ਹਾਂ ਆਪਾਂ, ਉਸ ਫੈਕਟਰੀ ਦੇ ਵਿੱਚ ਮੈਂ ਕੰਮ ਕਰਨਾ ਸ਼ੁਰੂ ਕੀਤਾ। ਸਵੇਰ ਦੇ 5 ਵਜੇ ਤੋਂ ਲੱਗ ਕੇ ਸ਼ਾਮਾਂ ਦੇ, ਸਰਦੀਆਂ ਦੇ ਦਿਨਾਂ ਦੇ ਵਿੱਚ ਸ਼ਾਮਾਂ ਦੇ 6 ਵਜੇ ਤੱਕ ਮੈਂ ਕੰਮ ਕਰਨਾ। 6 ਵਜੇ ਤੋਂ ਬਾਅਦ ਫਿਰ ਮੈਂ ਜਿਨ੍ਹਾਂ ਨੂੰ ਮੈਂ ਲਾਇਸੈਂਸ ਦੀ ਸਟੱਡੀ ਦੇ ਰਿਹਾ ਸੀਗਾ, ਫਿਰ ਉਹਨਾਂ ਦੇ ਕੋਲ ਮੈਂ ਉਹਨਾਂ ਨੂੰ ਸਟੱਡੀ ਕਰਾਉਣ ਜਾਣਾ, ਫਿਰ ਉਹਨਾਂ ਨੂੰ ਸਟੱਡੀ ਕਰਾਉਣੀ। ਫਿਰ ਉਸ ਤੋਂ ਬਾਅਦ ਹੌਲੀ ਸਕਸੈਸ ਆ ਜਿਹੜੀ ਉਹ ਮਿਲਦੀ ਗਈ। ਫਿਰ ਕਿਹਾ ਵੀ ਆਪਾਂ ਪਹਿਲਾਂ ਸੀਗੇ ਪਿੰਡ ਹੁੰਦੇ ਨੇ, ਨਿੱਕੇ ਪਿੰਡਾਂ ਦੇ ਵਿੱਚ ਜਾ ਕੇ ਪੜ੍ਹਾਉਣਾ, ਜਿੱਥੇ ਸਾਡੇ ਤੱਕ ਨਹੀਂ ਸੀ ਕੋਈ ਪਹੁੰਚ ਪਾਉਂਦਾ, ਉਹਨਾਂ ਤੱਕ ਅਸੀਂ ਪਹੁੰਚਦੇ ਸੀਗੇ, ਉਹਨਾਂ ਦੀ ਮਦਦ ਕਰਨ ਵਾਸਤੇ ਸੀਗੇ, ਕਿਉਂਕਿ ਉਹਨਾਂ ਕੋਲ ਸਾਧਨ ਨਹੀਂ ਸੀ ਹੁੰਦਾ ਵੀ ਕਿੱਦਾਂ ਸਾਡੇ ਤੱਕ ਪਹੁੰਚਣ। ਸੋ ਅਸੀਂ ਉਹਨਾਂ ਤੱਕ ਜਾਂਦੇ ਸੀਗੇ ਜਿੱਥੇ ਉਹਨਾਂ ਨੇ ਕੰਮ ਕਰਨਾ, ਕਿਉਂਕਿ ਇਟਲੀ ਦੇ ਵਿੱਚ ਕਾਫੀ ਨੇ ਜਿਹੜੇ ਖੇਤੀ ਦੇ ਕੰਮ ਨੇ ਨਾ, ਬਹੁਤ ਜ਼ਿਆਦਾ ਹਾਰਡ ਕੰਮ ਨੇ। ਉਹਨਾਂ ਨੇ ਕੰਮ ਵੀ ਕਰਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਲਾਇਸੈਂਸ ਦੀ ਵੀ ਸਟੱਡੀ ਕਰਨਾ। ਸੋ ਸਾਰਿਆਂ ਨਾਲ ਪਹਿਲਾਂ ਤਾਂ ਮੈਨੂੰ ਮਾਣ ਆ ਉਹਨਾਂ ਸਟੂਡੈਂਟਾਂ ਦੇ, ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਵੀ ਇਸ ਮੁਕਾਮ ਤੱਕ ਜਿਹੜੇ ਪਹੁੰਚਦੇ ਨੇ, ਆਪਣਾ ਲਾਇਸੈਂਸ ਨੂੰ ਲੈਂਦੇ ਨੇ। ਜਦੋਂ ਆਪਾਂ ਨੂੰ ਪਤਾ ਲੱਗੇ ਵੀ ਇੱਕ ਅੱਛੀ ਇੰਪਰੂਵਮੈਂਟ ਮਿਲ ਰਹੀ ਆ, ਹੌਲੀ ਆਪਾਂ ਫਿਰ ਇੱਕ ਦਫ਼ਤਰ ਖੋਲ੍ਹਿਆ ਸੀਗਾ, ਆਫਿਸ ਵਗੈਰਾ ਖੋਲ੍ਹਣੇ ਸ਼ੁਰੂ ਕਰ ਦਿੱਤੇ। ਸੋ ਜਿਹੜਾ ਮੇਰਾ ਪਹਿਲਾ ਆਫਿਸ ਸੀਗਾ, ਇਹ ਤਕਰੀਬਨ 2015 ਜਾਂ 16 ਦੇ ਵਿੱਚ ਆਪਾਂ ਖੋਲ੍ਹਿਆ ਸੀਗਾ ਸ਼ਹਿਰ ਦੇ ਵਿੱਚ, ਉੱਥੇ ਪੜ੍ਹਾਉਣਾ ਸ਼ੁਰੂ ਕੀਤਾ।
ਮੈਂ ਕੰਮ ਵੀ ਕਰਦਾ ਸੀਗਾ ਪਲੱਸ ਮੈਂ ਆਫਿਸ ਦੇ ਵਿੱਚ ਵੀ ਜਾਂਦਾ ਠੀਕ ਹੈ। ਸੀਗਾ। 2 ਟਾਈਮ ਮੈਂ 2 ਜੋਬ ਕਰਦਾ ਸੀਗਾ, ਆਫਿਸ ਵੀ ਜਾਣਾ ਤੇ ਮੈਂ ਕੰਮ ਵੀ ਕਰਨਾ। ਸਟੂਡੈਂਟ ਨੂੰ ਪੜ੍ਹਾਉਣਾ, ਸਟੱਡੀ ਕਰਵਾਉਣਾ, ਜੋ ਤਕਰੀਬਨ 50 ਕਿਲੋਮੀਟਰ ਤੱਕ ਵੀ ਜਾਣਾ। ਹੁਣ ਦੇ ਟਾਈਮ ਦੇ ਵਿੱਚ ਮੈਂ ਆਪਣੇ ਫੈਮਿਲੀ ਤੋਂ ਦੂਰ ਰਹਿਣਾ ਵਾਂ। ਫੈਮਿਲੀ ਤੋਂ ਦੂਰ ਇਸ ਕਰਕੇ ਰਹਿਣਾ ਵਾਂ ਕਿ ਜਿਹੜੇ ਇੰਡੀਅਨ ਵੀਰ ਭੈਣ ਨੇ ਉਹਨਾਂ ਦਾ ਸੁਪਨਾ ਮੈਂ ਪੂਰਾ ਕਰ ਸਕਾਂ। ਕਿਸ ਚੀਜ਼ ਦਾ? ਇਹ ਲਾਇਸੈਂਸ ਲੈਣੇ ਦਾ। ਜਿੱਦੇ ਵੀ ਆਪਾਂ ਕਿਤੇ ਜਾਂਦੇ ਆ, ਉਹਨਾਂ ਦੀ ਪਹਿਲੀ ਮੰਗ ਕੀ ਹੁੰਦੀ ਹੈ ਵੀ ਤੁਹਾਡੇ ਕੋਲ ਲਾਇਸੈਂਸ ਹੈਗਾ, ਵੀ ਤੁਸੀਂ ਸਾਡੇ ਕੋਲ ਕੰਮ ਕਰਨ ਕਿੱਦਾਂ ਆਵੋਗੇ। ਅਗਰ ਉਹ ਕਹਿ ਦਿੰਦੇ ਨਹੀਂ ਹੈਗਾ ਤੇ ਉਹਨਾਂ ਨੂੰ ਜਵਾਬ ਮਿਲ ਜਾਂਦਾ ਹੈ ਕੰਮ ਤੋਂ। ਬਹੁਤ ਜ਼ਿਆਦਾ, ਜਾਨੀ ਕਿ 70% ਐਦਾਂ ਦੇ ਕੰਮ ਨੇ ਜਿਹਦੇ ਵਿੱਚ ਲਾਇਸੈਂਸ ਆ ਜਿਹੜਾ ਉਹਨਾਂ ਨੇ ਲਾਜ਼ਮੀ ਕੀਤਾ ਹੋਇਆ। ਲਾਇਸੈਂਸ ਤੋਂ ਬਗੈਰ ਆਪਾਂ ਇਟਲੀ ਦੇ ਵਿੱਚ ਜਿੱਦਾਂ ਲਗਾ ਲਓ ਵੀ ਇੱਕ ਪਾਣੀ ਤੇ ਇੱਕ ਰੋਟੀ, ਉਹਦੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਸੋ ਉਸੇ ਹੀ ਤਰੀਕੇ ਤਰ੍ਹਾਂ ਇਟਲੀ ਦੇ ਵਿੱਚ ਲਾਇਸੈਂਸ ਤੇ ਬੋਲੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ ਜੀ। ਦੋਨੋਂ ਚੀਜ਼ਾਂ ਦੇ। ਲੇਕਿਨ ਹਾਂ, ਸਰ ਨਾਲ ਮੈਨੂੰ ਦੁਆਵਾਂ ਜਿਹੜੀਆਂ ਮਿਲਦੀਆਂ ਨੇ, ਮੇਰੀ ਫੈਮਿਲੀ ਨੂੰ ਇੱਥੇ ਤੱਕ ਪਹੁੰਚਾਉਣ ਤੱਕ ਮਿਲਦੀਆਂ ਨੇ, ਉਹ ਮੇਰੇ ਹੀ ਸਟੂਡੈਂਟਾਂ ਦੀਆਂ ਨੇ, ਜੋ ਕਿ ਮੇਰੀ ਬਹੁਤ ਇੱਕ ਵੱਡੀ ਚੀਜ਼। ਜਿਹੜੇ ਤੁਹਾਡੇ ਤੋਂ ਪੜ੍ਹਦੇ ਨੇ ਤੁਹਾਡੇ ਕੋਲ, ਜਿਨ੍ਹਾਂ ਨੂੰ ਤੁਸੀਂ ਤਿਆਰੀ ਕਰਵਾ ਰਹੇ ਹੋ ਲਾਇਸੈਂਸ ਲੈਣ ਦੇ ਲਈ, ਤਾਂ ਉਹ ਸਟੂਡੈਂਟ ਸੈਟਲ ਨੇ, ਅੱਜ ਚੰਗੇ ਰੋਟੀ ਪਾਣੀ ਜੋਗੇ ਹੋ ਗਏ ਨੇ? ਤੁਸੀਂ ਇਹ ਹਿਸਾਬ ਲਾ ਲਓ ਵੀ ਜਦੋਂ ਵੀ ਉਹ ਸਟੂਡੈਂਟ ਪਾਸ ਹੋ ਕੇ ਨਿਕਲਦਾ ਆ, ਉਹਨਾਂ ਦੀ ਅੱਖਾਂ ਦੇ ਵਿੱਚ ਆਂਸੂ ਹੁੰਦੇ ਨੇ ਕਿ ਆਪਾਂ ਇੱਕ ਬਹੁਤ ਵੱਡਾ ਸੁਪਨਾ ਹੈ ਜਿਹੜਾ ਮੈਂ ਪਾਰ ਕਰ ਲਿਆ। ਸੋ ਮੇਨ ਟੈਨਸ਼ਨ ਆਪਾਂ ਨੂੰ ਇਹੋ ਹੀ ਹੁੰਦੀ ਹੈ, ਜਿੱਦਾਂ ਲਗਾ ਲੈਂਦੇ ਆ ਘਰ ਪਰਿਵਾਰ ਦੇ ਵਿੱਚ 100 ਪ੍ਰੋਬਲਮ ਆ ਜਾਂਦੀਆਂ ਨੇ, ਐਮਰਜੈਂਸੀ ਹੋ ਜਾਂਦੀ ਆ। ਗੱਡੀ ਲੈਣਾ, ਸਾਧਨ ਲੈਣਾ, ਵਾਹੀਕਲ ਲੈਣਾ ਇਟਲੀ ਦੇ ਵਿੱਚ ਔਖਾ ਨਹੀਂ ਹੈਗਾ। ਲੇਕਿਨ ਹਾਂ, ਲਾਇਸੈਂਸ ਲੈਣਾ ਬਹੁਤ ਹੀ ਵੱਡਾ ਇੱਕ ਔਖਾ ਕੰਮ ਮੰਨਿਆ ਜਾਂਦਾ ਹੈ ਜੀ। ਜਦੋਂ ਲਗਾ ਲਓ ਵੀ ਕਿਸੇ ਦੀ ਫੈਮਿਲੀ ਵਗੈਰਾ, ਬੱਚੇ ਵਗੈਰਾ ਅਚਾਨਕ ਬਿਮਾਰ ਹੋ ਜਾਂਦੇ ਨੇ, ਲੇਕਿਨ ਹਾਂ ਉਹਨਾਂ ਨੂੰ ਜਾਣਾ ਪੈਂਦਾ, ਕਿਸੇ ਨੂੰ ਫੋਨ ਕਰਨਾ ਪੈਂਦਾ। ਇੱਕ ਵਾਰੀ ਫੋਨ ਕਰਾਂਗੇ, 2 ਵਾਰੀ ਕਰਾਂਗੇ, 3 ਵਾਰੀ ਕਰਾਂਗੇ, ਲੇਕਿਨ ਚੌਥੀ ਵਾਰੀ ਉਸਨੇ ਫੋਨ ਨਹੀਂ ਉਠਾਉਣਾ, ਕਿਉਂਕਿ ਉਹ ਵੀ ਕਹਿ ਦਿੰਦਾ ਵੀ ਇਹਨਾਂ ਦਾ ਡੇਲੀ ਦਾ ਕੰਮ ਹੋ ਚੁੱਕਿਆ ਹੈ। ਸੋ ਇਸ ਕਾਰਨ ਕਰਕੇ ਉਹਨਾਂ ਨੂੰ ਇਸ ਚੀਜ਼ ਤੋਂ ਟੈਨਸ਼ਨ ਫ੍ਰੀ ਹੋ ਜਾਂਦੀ ਵੀ ਹਾਂ ਵੀ ਸਾਡੇ ਕੋਲ ਇਹ ਚੀਜ਼ ਹੈਗੀ ਆ। ਕਿੰਨੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਜਿਨ੍ਹਾਂ ਦਾ ਤੁਸੀਂ ਜਿਹੜੇ ਕਿੱਸੇ ਸੁਣਾ ਰਹੇ ਹੋ, ਜੋ ਵੀ ਕਰ ਰਹੇ ਹੋ ਤੁਸੀਂ ਇੱਥੇ ਲਾਇਸੈਂਸ ਸੈਂਟਰ ਦੇ ਰਾਹੀਂ ਲੋਕਾਂ ਦੀ ਮਦਦ ਕਰ ਰਹੇ ਹੋ, ਨੌਜਵਾਨਾਂ ਦੀ ਮਦਦ ਕਰ ਰਹੇ ਹੋ, 2 ਜਿਹੜੇ ਬੜੇ ਹੀ ਮੁਸ਼ਕਿਲ ਪੜਾਅ ਨੇ ਉਹ ਪਾਰ ਹੋ ਜਾਂਦੇ ਨੇ ਤੁਹਾਡੀ ਮਦਦ ਦੇ ਨਾਲ। ਕਿੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ, ਜਿਹੜੇ ਪਰਿਵਾਰ ਨੇ, ਉਹ ਇਟਲੀ ਦਾ ਰੁਖ ਕਰਦੇ ਨੇ? ਕਿਉਂਕਿ ਜਿਹੜੀ ਹਵਾ ਹੈ ਉਹ ਕੈਨੇਡਾ ਦੀ ਹੈ, ਆਸਟ੍ਰੇਲੀਆ ਦੀ ਹੈ, ਜਾਂ USA ਦੀ ਹੈ, ਤਾਂ ਇਟਲੀ ਬਹੁਤ ਘੱਟ ਸੁਣਨ ਨੂੰ ਮਿਲਦਾ। ਤਾਂ ਕਿੰਨੀ ਕੁ ਗਿਣਤੀ ਹੈ ਜਿਹੜੀ ਨੌਜਵਾਨਾਂ ਦੀ ਹੈ ਉਹ ਇੱਥੇ ਆ ਰਹੀ ਹੈ, ਇਟਲੀ ਆ ਰਹੀ ਹੈ? ਮੈਮ ਤੁਸੀਂ ਇਹ ਹਿਸਾਬ ਲਾ ਲਓ ਵੀ ਇਟਲੀ ਦੇ ਵਿੱਚ ਆਪਾਂ ਜੋ ਸੋਸ਼ਲ ਤੇ ਦੇਖਦੇ ਹਾਂ, ਇਹੋ ਹੀ ਲੱਗਦਾ ਕਿ ਇਟਲੀ ਦੇ ਵਿੱਚ ਬਹੁਤ ਘੱਟ ਨੇ ਇੰਡੀਅਨ। ਲੇਕਿਨ ਹਾਂ, ਜੇ ਦੇਖਿਆ ਜਾਵੇ ਇਟਲੀ ਦੇ ਅੰਦਰ ਉਹ ਹਰ ਇੱਕ ਚੀਜ਼ ਹੈਗੀ ਆ ਜੋ ਕੈਨੇਡਾ ਦੇ ਵਿੱਚ ਆਪਣੇ ਲੋਕਾਂ ਨੇ ਖੋਲੀ ਹੋਈ ਹੈ। ਹਰ ਇੱਕ ਚੀਜ਼ ਦੀ ਫੈਸਿਲਿਟੀ ਹੈ ਜਿਹੜੀ ਇੱਥੇ ਮਿਲਦੀ ਆ। ਗੌਰਮੈਂਟ ਉਹ ਮਦਦ ਕਰਦੀ ਆ ਹਰ ਇੱਕ ਚੀਜ਼ ਦੇ ਲਈ। ਹਰ ਇੱਕ ਉਹਨਾਂ ਨੇ ਸਿਸਟਮ ਆ ਜਿਹੜਾ ਆਰਗੇਨਾਈਜ਼ ਕੀਤਾ ਹੋਇਆ ਆਪਣੀ ਇਟਲੀ ਦੇ ਵਿੱਚ। ਲੇਕਿਨ ਹਾਂ, ਗਿਣਤੀ ਬਹੁਤ ਜ਼ਿਆਦਾ ਹੈ, ਕਿਉਂਕਿ ਹਰ ਇਟਲੀ ਦਾ ਕੋਈ ਐਸਾ ਕੋਨਾ ਹੋਣਾ ਜਿੱਥੇ ਆਪਣੇ ਇੰਡੀਅਨ ਦੀ ਗਿਣਤੀ ਨਾ ਹੋਵੇ। ਮੈਂ ਤਾਂ ਕਹਿ ਸਕਦਾ ਕਿਉਂਕਿ ਮੇਰੇ ਕੋਲ ਹਰ ਇੱਕ ਕੋਨੇ ਤੋਂ ਇਟਲੀ ਦੇ ਵਿੱਚ ਸਟੂਡੈਂਟ ਪੜ੍ਹਦਾ ਪਿਆ। ਸੋ ਜੇ ਦੇਖਿਆ ਜਾਵੇ ਫੈਮਿਲੀ ਨੇ ਜਿਹੜੀਆਂ, ਇਹ ਨਹੀਂ ਕਹਿ ਸਕਦੇ ਕਿ ਵੀ ਇਟਲੀ ਦੇ ਵਿੱਚ ਕੰਮ ਦੀ ਘਾਟ ਨੋ, ਕੰਮ ਬਹੁਤ ਜ਼ਿਆਦਾ ਆ, ਲੇਕਿਨ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ। तो जो कर रहे हो, जो भी कर रहे हो अपने सेंटर दे राही नौजवानों की जिस तरह भी मदद कर रहे हो, संतुष्ट हो तुसी? ਮੈਨੂੰ ਸੰਤੁਸ਼ਟੀ ਹੀ ਇਸੇ ਕੰਮ ਦੇ ਵਿੱਚ ਮਿਲਦੀ ਆ। ਜਿਸ ਦਿਨ ਮੈਂ ਕਲਾਸ ਨਹੀਂ ਲਗਾਉਂਦਾ ਤੇ ਮੈਨੂੰ ਇਹ ਲੱਗਦਾ ਕਿ ਹਾਂ ਵੀ ਮੇਰਾ ਕੋਈ ਦਿਨ ਦਾ ਕੋਈ ਕੰਮ ਘੱਟ ਪੈ ਰਿਹਾ ਆ। ਮੈਂ ਸਟੂਡੈਂਟ ਸਾਹਿਬ ਨਾਲੋਂ ਵੀ ਮੈਂ ਦਿਹਾੜੀ ਦੇ ਵਿੱਚ 6 ਟਾਈਮ ਕਲਾਸਿਸ ਲਗਾਉਣਾ ਵਾ। ਜਿਹੜੇ ਬੱਚੇ ਨਹੀਂ ਪੇ ਕਰ ਸਕਦੇ ਤੁਹਾਡੀ ਕਲਾਸਿਸ ਦੀ ਇੱਕ ਫੀਸ ਹੋਣੀ ਹੈ, ਜ਼ਾਹਰ ਜੀ ਗੱਲ ਹੈ। ਤਾਂ ਜਿਹੜੇ ਬੱਚੇ ਨਹੀਂ ਅਫੋਰਡ ਕਰ ਸਕਦੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਉਂਦਾ ਹੀ ਫਾਈਨੈਂਸ਼ੀਅਲ ਸਟੇਬਿਲਿਟੀ ਜ਼ਰੂਰੀ ਨਹੀਂ ਹੈਗੀ ਕਿ ਹੋਵੇ, ਤਾਂ ਜਿਹੜੇ ਬੱਚੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਦੇ ਲਈ ਕੀ ਖਾਸ ਕਰ ਰਹੇ ਹੋ? ਜਦੋਂ ਮੈਨੂੰ ਸਟੂਡੈਂਟ ਦੀ ਕਾਲ ਵਗੈਰਾ ਆਉਂਦੀ ਹੈ, ਆਪਣੀ ਪ੍ਰੋਬਲਮ ਦੱਸਦੇ ਨੇ, ਕਈ ਵਾਰ ਤਾਂ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਮੈਮ, ਵੀ ਹਾਂ ਵੀ ਅਸੀਂ ਇਹ ਚੀਜ਼ ਕਰਨਾ ਚਾਹੁੰਦੇ ਹਾਂ ਲੇਕਿਨ ਸਾਡੇ ਲਈ ਬਹੁਤ ਮੁਸ਼ਕਿਲ ਆ, ਲੇਕਿਨ ਸਾਨੂੰ ਪੇ ਦੀ ਪ੍ਰੋਬਲਮ ਆ। ਸੋ ਜਦੋਂ ਉਹ ਮੈਨੂੰ ਆਪਣੀ ਪ੍ਰੋਬਲਮ ਦੱਸਦੇ ਨੇ, ਸੋ ਉਸ ਦੀ ਪ੍ਰੋਬਲਮ ਨੂੰ ਮੈਂ ਆਪਣੇ ਉੱਪਰ ਤਾਂ ਲੈ ਕੇ ਆਉਣਾ ਕਿਉਂਕਿ ਇਹ ਟਾਈਮ ਮੇਰੇ ਤੇ ਵੀ ਬੀਤਾ ਹੋਇਆ। ਸੋ ਮੈਂ ਉਸ ਦੀ ਜਿੰਨੀ ਵੀ ਜ਼ਿਆਦਾ ਹੋ ਸਕੇ ਮੈਂ ਉਨੀ ਹੈਲਪ ਕਰਦਾ ਵਾਂ। ਲਾਇਸੈਂਸ ਤਾਂ ਮੈਂ ਫ੍ਰੀ ਕਰਾਉਣਾ ਹੀ ਕਰਾਉਣਾ ਉਸਨੂੰ। ਅਗਰ ਉਸਨੂੰ ਹੋਰ ਵੀ ਹੈਲਪ ਚਾਹੀਦੀ ਹੁੰਦੀ ਹੈ ਮੇਰੇ ਵੱਲੋਂ, ਸੋ ਮੈਂ ਉਸਨੂੰ ਦੇਣਾ ਵਾਂ, ਹੈਲਪ ਕਰਦਾ ਵਾਂ। ਉਸਦੀ ਹਰ ਇੱਕ ਮੁਕਾਮ ਜੋ ਬੰਦਾ ਇੱਕ ਖੁਸ਼ ਰਹਿ ਸਕੇ ਵੀ ਹਾਂ ਵੀ ਚਲੋ ਫੀਸ ਨਹੀਂ ਹੈਗੀ ਤਾਂ ਆਪਾਂ ਇਹ ਵੀ ਚੀਜ਼ ਤਾਂ ਵੀ ਕਰ ਸਕਦੇ। ਪੰਜਾਬ ਦੇ ਲੈਂਗੁਏਜ ਜਿਨ੍ਹਾਂ ਜੋ ਪੰਜਾਬ ਦੇ ਨੌਜਵਾਨ ਨੇ ਵਿਦੇਸ਼ ਦਾ ਰੁਖ ਕਰਨਾ ਚਾਹੁੰਦੇ ਨੇ, ਕਿਉਂਕਿ ਇੱਥੇ ਜਿਹੜੀ
जिस तरह तुसीं जाणदे ही होने हो कि इंप्लॉयमेंट नहीं हैगी, रोज़गार ना होने करके बड़े सारे नौजवान परेशान ने, बड़े सारे नौजवान फ्रस्ट्रेटेड ने, बड़े सारे नौजवान वड्डी दिक्कतां वड्डियां डिग्रियां लैके हत्थ विच फड़ के खड़े होए ने डिग्रियां नूं, तां विदेश दा जिहड़े रुख करना चाहुंदे ने तां ओह बेफिक्र होकर इटली आ सकदे ने। जो ਆਪਾਂ ਨੂੰ ਨੈਟਵਰਕ ਦੇ ਜ਼ਰੀਏ ਦਿਖਾਇਆ ਜਾਂਦਾ ਹੈ ਉਹ ਸਿਰਫ ਉਹ ਕੰਮ ਦਿਖਾਇਆ ਜਾਂਦਾ ਹੈ ਜਿਹੜੇ ਕੰਮ ਇੱਥੇ ਖੇਤਾਂ ਵਾਲੇ ਨੇ। ਲੇਕਿਨ ਹਾਂ ਜੇ ਦੇਖਿਆ ਜਾਵੇ ਇਟਲੀ ਦੇ ਅੰਦਰ ਖੇਤੀਬਾੜੀ ਤੋਂ ਇਲਾਵਾ ਹੋਰ ਵੀ ਬਹੁਤ ਜ਼ਿਆਦਾ ਵਧੀਆ ਕੰਮ ਹੈ ਜਿਨ੍ਹਾਂ ਦੀ ਸੈਲਰੀ ਵਗੈਰਾ ਬਹੁਤ ਅੱਛੀ ਆ। ਲੇਕਿਨ ਜਦੋਂ ਉਹ ਦੇਖਦੇ ਨੇ ਵੀ ਇੰਟਰਨੈਟ ਦੇ ਜ਼ਰੀਏ ਵੀ ਇਸ ਜਗ੍ਹਾ ਦੇ ਉੱਪਰ ਤਾਂ ਕੰਮ ਹੀ ਇਹੋ ਹੀ ਆ, ਸਾਡੀ ਡਿਗਰੀ ਕਿਸ ਕੰਮ ਆਵੇਗੀ ਇਸ ਜਗ੍ਹਾ ਦੇ ਉੱਪਰ, ਨਹੀਂ। ਮੈਂ ਇਟਲੀ ਦੇ ਵਿੱਚ ਆ, ਮੈਂ ਕਿਸੇ ਦੂਜੀ ਕੰਟਰੀ ਦੇ ਵਿੱਚ ਮੂਵ ਹੋਣ ਬਾਰੇ ਹਜੇ ਤੱਕ ਸੋਚਿਆ ਹੀ ਨਹੀਂ ਹੈਗਾ, मैं सोचना भी नहीं चाहता, क्योंकि जो मैनू इटली दे रही है शायद कोई भी दूजी कंट्री ना दे पावे। जिन्ने भी इटली दे विच जिन्हां नूं मैं जानदा वां उन्हां दा किसी दा इह नहीं मानना हैगा भी हाँ हुण इटली छड्डनी चाहिदी। ਉਹ ਇਹ ਸੋਚਦੇ ਨੇ ਵੀ ਇਟਲੀ ਤੋਂ ਬੈਸਟ ਕੰਟਰੀ ਕੋਈ ਹੋਰ ਹੈ ਨਹੀਂ। ਮੈਨੂੰ ਲੱਗਦਾ ਕਿ ਇਟਲੀ ਵਰਗੇ ਦੇਸ਼ਾਂ ਨੂੰ ਲੈ ਕੇ ਅਵੇਅਰਨੈਸ ਘੱਟ ਹੈ ਨੌਜਵਾਨਾਂ ਦੇ ਵਿੱਚ, ਯੂਥ ਦੇ ਵਿੱਚ, ਇਸੇ ਕਰਕੇ ਭੇੜ ਚਾਲ ਦਾ ਜਿਹੜਾ ਇੱਕ ਜ਼ਮਾਨਾ ਚੱਲਿਆ ਹੋਇਆ ਕੈਨੇਡਾ ਵਾਲਾ, ਉਸ ਤੋਂ ਪਰੇ ਹੀ ਨਹੀਂ ਹੋ ਰਹੇ ਲੋਕ, ਉਸ ਤੋਂ ਪਰੇ ਹੀ ਹੋ ਰਹੇ ਨੇ। ਸੋ ਇਸ ਜਗ੍ਹਾ ਦੇ ਵਿੱਚ ਜਾਂਦੇ ਵੀ ਨਹੀਂ, ਕਿਉਂਕਿ ਜੋ ਇਟਲੀ ਦੇ ਵਿੱਚ ਲਾਈਫ ਆ ਉਹ ਸਿਰਫ ਇਟਲੀ ਵਾਲੇ ਜਾਣ ਸਕਦੇ ਨੇ। ਇਟਲੀ ਦੇ ਵਿੱਚ 5 ਦਿਨ ਕੰਮ ਹੁੰਦਾ ਆ, 8 ਘੰਟੇ ਕੰਮ ਕਰਦੇ ਨੇ, ਸੈਚਰਡੇ ਸੰਡੇ ਛੁੱਟੀ ਹੁੰਦੀ ਹੈ, ਆਪਣਾ ਫਨ ਕਰਦੇ ਨੇ, ਹਰ ਸਾਲ ਬਾਅਦ ਆਪਣੇ ਇੰਡੀਆ ਜਾਂਦੇ ਨੇ, ਆਪਣੀ ਫੈਮਿਲੀ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਦੇ ਨੇ, ਆਪਣੀ ਫੈਮਿਲੀ ਨੂੰ ਟਾਈਮ ਦਿੰਦੇ ਨੇ। ਸੋ ਇਟਲੀ ਦੇ ਵਿੱਚ ਜਿੱਥੇ ਤੱਕ ਮੈਨੂੰ ਪਤਾ, ਹਾਂ ਇਹ ਨਹੀਂ ਕਹਿ ਸਕਦੇ ਵੀ ਦੂਜੀਆਂ ਕੰਟਰੀਆਂ ਬੈਸਟ ਨਹੀਂ ਹੈਗੀਆਂ, ਜੋ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਉਹੀ ਚੀਜ਼ ਬੈਸਟ ਲੱਗਣੀ ਹੈ। ਲੇਕਿਨ ਹਾਂ ਮੇਰਾ ਮੰਨਣਾ ਇਹ ਵਾਲਾ ਆ, ਜਿਸ ਕੰਟਰੀ ਦੇ ਵਿੱਚ ਰਹਿੰਦੇ ਆ ਉਹਨੇ ਸਾਰੀ ਚੀਜ਼ ਤੁਹਾਨੂੰ ਬਖਸ਼ੀ ਆ, ਉਹਨੇ ਸਾਰੀ ਚੀਜ਼ ਤੁਹਾਨੂੰ ਦਿੱਤੀ ਹੈ, ਸੋ ਉਸ ਤੋਂ ਵੱਡੀ ਕੰਟਰੀ ਤੁਹਾਡੇ ਲਈ ਕੋਈ ਵੀ ਨਹੀਂ ਹੋ ਸਕਦੀ। ਠੀਕ ਹੈ, ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਪੰਜਾਬ ਜਾਂ ਹੋਰ ਥਾਵਾਂ ਤੋਂ ਵੀ, ਹੋਰ ਸੂਬਿਆਂ ਤੋਂ ਵੀ ਜੇਕਰ ਨੌਜਵਾਨ ਵਿਦੇਸ਼ ਦਾ ਰੁਖ ਕਰਨਾ ਚਾਹੁੰਦੇ ਨੇ, ਖਾਸ ਤੌਰ ਤੇ ਜੇ ਤੁਹਾਡੇ ਮਨ ਦੇ ਵਿੱਚ ਇਟਲੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਸਵਾਲ ਨੇ ਤਾਂ ਅੱਜ ਉਹਨਾਂ ਸਵਾਲਾਂ ਦੇ ਜਵਾਬ ਅਸੀਂ ਲਏ ਨੇ। ਜੇਕਰ ਇਟਲੀ ਜਾਣਾ ਚਾਹੁੰਦੇ ਹੋ ਪਰ ਮਨ ਦੇ ਵਿੱਚ ਇਹ ਸਵਾਲ ਖੜੇ ਹੁੰਦੇ ਨੇ ਕਿ ਮੈਨੂੰ ਭਾਸ਼ਾ ਨਹੀਂ ਆਉਂਦੀ ਤੇ ਉੱਥੇ ਜਾ ਕੇ ਡਰਾਈਵਿੰਗ ਲਾਇਸੈਂਸ ਜਿਹੜਾ ਲੈਣਾ ਬਹੁਤ ਹੀ ਔਖਾ, ਉਹ ਕਿਸ ਤਰ੍ਹਾਂ ਹਾਸਲ ਹੋਏਗਾ, ਤਾਂ ਲਖਵਿੰਦਰ ਸਿੰਘ ਲੱਖ ਜਿਨ੍ਹਾਂ ਨੇ ਸਾਡੇ ਨਾਲ ਸਕਾਈਪ ਰਾਹੀਂ ਜੁੜ ਕੇ ਬਹੁਤ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਤੇ ਆਸਾਨ ਕੀਤੀ ਹੈ, ਮੁਸ਼ਕਿਲ ਆਸਾਨ ਕੀਤੀ ਉਹਨਾਂ ਨੌਜਵਾਨਾਂ ਦੀ ਜਿਹੜੇ ਇਟਲੀ ਜਾਣ ਦੇ ਚਾਹਵਾਨ ਨੇ। ਤੇ ਇਸ ਖਾਸ ਪੇਸ਼ਕਸ਼ ਫਿਲਹਾਲ ਹੈ ਨਹੀਂ, ਮੈਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਧੰਨਵਾਦ।